ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ 2017 ਦੇ ਵਿੱਚ ਜੋ ਮਾਸਟਰ ਕੈਡਰ ਦਾ ਪੇਪਰ ਹੋਇਆ ਸੀ ਉਸ ਦੇ ਵਿੱਚ ਜਿਹੜੇ ਕੁਐਸਚਨ ਆਏ ਸੀਗੇ ਉਹਨਾਂ ਬਾਰੇ ਡਿਸਕਸ ਕਰਾਂਗੇ। ਸੋ ਫਸਟ ਪਾਰਟ ਜਿਹੜਾ ਸੀ ਉਹ ਅਪਲੋਡ ਕਰ ਦਿੱਤਾ ਸੀ। ਸੋ ਕਾਫੀ ਜਣੇ ਦੀ ਡਿਮਾਂਡ ਆਈ ਸੀ ਕਿ ਉਸ ਦਾ ਜਿਹੜਾ ਸੈਕੰਡ ਪਾਰਟ ਨਹੀਂ ਆਇਆ ਸੀ, ਸੋ ਅੱਜ ਮੈਂ ਅਪਲੋਡ ਕਰ ਰਿਹਾ ਹੈਗਾ। ਸੋ ਇਸ ਦੇ ਵਿੱਚ ਵੀ 30 ਜਿਹੜੇ ਕੁਐਸਚਨ ਕਰਾਂਗੇ। ਸੋ ਇਸ ਤੋਂ ਅਗਲੇ ਪਾਰਟ ਦੇ ਵਿੱਚ ਅਗਲੇ 30 ਹੋ ਜਾਣਗੇ। ਸੋ ਆਸ ਕਰਦਾ ਕਿ ਵੀਡੀਓ ਸਭ ਲਈ ਹੈਲਪਫੁਲ ਰਹੇਗੀ, ਸਭ ਨੂੰ ਕੁਛ ਨਾ ਕੁਛ ਜ਼ਰੂਰ ਸਿੱਖਣ ਨੂੰ ਮਿਲੇਗਾ। ਸੋ ਜੇਕਰ ਵੀਡੀਓ ਅੱਛੀ ਲੱਗੇਗੀ ਲਾਈਕ ਜ਼ਰੂਰ ਕਰ ਦਿਓ ਔਰ ਸ਼ੇਅਰ ਜ਼ਰੂਰ ਕਰ ਦਿਆ ਕਰੋ, ਠੀਕ ਹੈ। ਔਰ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੇ ਉਹ ਨਾ ਭੁੱਲਿਆ ਕਰੋ। ਸੋ ਸ਼ੁਰੂ ਕਰਦੇ ਇੱਦਾਂ ਸੈਸ਼ਨ ਬਿਨਾਂ ਟਾਈਮ ਵੇਸਟ ਕੀਤੇ। ਸੋ ਇਹ ਜਿਹੜਾ ਪੇਪਰ ਹੈ ਇਹ 2017 ਦੇ ਵਿੱਚ ਹੋਇਆ ਸੀ ਇੰਗਲਿਸ਼ ਮਾਸਟਰ ਕੈਡਰ ਦਾ। ਔਰ 150 ਜਿਹੜਾ ਕੁਐਸਚਨ ਆਉਂਦਾ ਹੁੰਦਾ ਹੈਗਾ ਉਸ ਦੇ ਵਿੱਚੋਂ 30 ਪਹਿਲੇ ਕਰ ਲੈਤੇ ਨੇ, 30 ਅਗਲੇ ਅਸੀਂ ਹੁਣ ਕਰ ਰਹੇ ਹੈਗੇ, ਠੀਕ ਹੈ। ਔਰ ਜਿਹੜੇ ਬਾਕੀ ਦੇ ਹੋਣਗੇ ਅਗਲੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰ ਲਵਾਂਗੇ। ਸੋ ਇਸ ਦੇ ਨਾਲ ਇਹ ਹੁੰਦਾ ਕਿ ਤੁਹਾਨੂੰ ਜਿਹੜਾ ਐਕਸਪੀਰੀਅੰਸ ਜਿਹਾ ਹੋ ਜਾਂਦਾ ਕਿ ਕਿਸ ਤਰੀਕੇ ਦੇ ਜਿਹੜੇ ਕੁਐਸਚਨ ਉਹ ਅਕਸਰ ਪੁੱਛੇ ਜਾਂਦੇ ਹੈਗੇ ਨੇਗੇ। ਸੋ ਉਹਦੇ ਨਾਲ ਰਿਲੇਟਡ ਇਹ ਜ਼ਰੂਰੀ ਹੁੰਦਾ ਹੈਗਾ ਕਿ ਸਾਨੂੰ ਪ੍ਰੀਵੀਅਸ ਪੇਪਰ ਦੇਖਣੇ ਜ਼ਰੂਰੀ ਹੋਏ ਨੇ। ਸੋ ਅੱਜ ਦਾ ਸਾਡਾ ਫਸਟ ਕੁਐਸਚਨ ਹੈਗਾ ਗਾ, ਡੌਨ ਸਪੋਟਰੀਜ਼ ਇਜ਼ ਰੀਪਲੇਟ ਵਿਦ ਦ ਵਟ ਇਜ਼ ਇਨ ਦਾ ਕ੍ਰਿਟੀਕਲ ਜਾਰਗਨ ਨੋਨ ਐਸ। ਸੋ ਕ੍ਰਿਟੀਕਲ ਜਾਰਗਨ ਜਿਹੜਾ ਕਿਸ ਦੇ ਨਾਮ ਨਾਲ ਜਾਣਦਾ ਹੈ, ਮੈਟਾਫਿਜ਼ੀਕਲ ਕਨਸੈਪਟ ਦੇ ਨਾਲ। ਆਪਸ਼ਨ ਬੀ ਹੈ ਮੈਟਾਫਿਜ਼ੀਕਲ ਮੈਟਾਫੋਰਸ ਦੇ ਨਾਲ। ਆਪਸ਼ਨ ਸੀ ਹੈ ਮੈਟਾਫਿਜ਼ੀਕਲ ਆਈਡੀਆਜ਼। ਆਪਸ਼ਨ ਡੀ ਹੈ ਜੀ ਮੈਟਾਫਿਜ਼ੀਕਲ ਸਪਿਰਿਟ। ਸੋ ਡੌਨੀ ਪੋਇਟਰੀ ਜਿਹੜੀ ਇਸ ਰੀਪਲੇਟ ਵਿਦ ਵਟ ਇਜ਼ ਇਨ ਦਾ ਕ੍ਰਿਟੀਕਲ ਜਾਰਗਨ ਨੋਨ ਇਜ਼। ਇਸਦਾ ਸਹੀ ਆਨਸਰ ਹੈ ਇਹ ਆਪਸ਼ਨ ਹੈ ਜੀ ਮੈਟਾਫਿਜ਼ੀਕਲ ਕੌਨਸੀਟਸ ਦੇ ਨਾਲ ਜਾਣਿਆ ਜਾਂਦਾ ਹੈਗਾ ਗਾ, ਠੀਕ ਹੈ ਜੀ। ਨੈਕਸਟ ਹੈ ਜੀ 32 ਨੰਬਰ, ਇਨ ਵਿਚ ਬੁੱਕ ਡਿਡ ਨੋਮ ਚਮੋਕਸੀ ਡਿਵੈਲਪ ਥਿਓਰੀ ਆਫ ਜਨਰੇਟਿਵ ਗਰਾਮਰ। ਸੋ ਜਿਹੜੀ ਨੋਮ ਚਮੋਕਸੀ ਦੁਆਰਾ ਬੁੱਕ ਜਿਹੜੀ ਲਿਖੀ ਗਈ ਹੈਗੀ ਹੈ ਜਿਸ ਦੇ ਵਿੱਚ ਡਿਵੈਲਪ ਥਿਓਰੀ ਦੀ ਜਿਹੜੀ ਜਨਰੇਟ ਕੀਤੀ ਗਈ ਗਰਾਮਰ ਦੇ ਅਕੋਰਡਿੰਗ, ਠੀਕ ਹੈ। ਸੋ ਉਸ ਦਾ ਕਿਹੜਾ ਆਨਸਰ ਸਹੀ ਹੈ? ਸੋ ਆਪਸ਼ਨ ਇੱਕ ਹੈ ਸਿੰਥੈਟਿਕ ਸਟਰਕਚਰ। ਆਪਸ਼ਨ ਬੀ ਹੈ ਗ੍ਰਾਮੈਟੀਕਲ ਸਟਰਕਚਰ। ਆਪਸ਼ਨ ਸੀ ਹੈ ਸਿੰਥੈਟਿਕ ਰੂਲਸ ਅਤੇ ਆਪਸ਼ਨ ਡੀ ਹੈ ਗ੍ਰਾਮਰ। ਸੋ ਰਾਈਟ ਆਨਸਰ ਹੈ ਜਿਹੜਾ ਦਾ ਇਹ ਹੈ ਜੀ ਸਿੰਥੈਟਿਵ ਸਟਰਕਚਰ ਜਿਹੜਾ ਇਸਦਾ ਬੀ ਇਹ ਆਨਸਰ ਜਿਹੜਾ ਉਹ ਸਹੀ ਆ ਜਾਂਦਾ ਹੈਗਾ, ਠੀਕ ਹੈ ਜੀ। ਸੋ ਨੋਮ ਚਮੋਕਸੀ ਦੀ ਜਿਹੜੀ ਬੁੱਕ ਹੈਗੀ ਡਿਵੈਲਪਮੈਂਟ ਥਿਓਰੀ ਵਾਲੀ, ਉਸ ਦੇ ਵਿੱਚ ਜਿਹੜੀ ਗ੍ਰਾਮਰ ਜਨਰੇਟ ਬਾਰੇ ਲਿਖਿਆ ਗਿਆ ਹੈਗਾ ਗਾ, ਠੀਕ ਹੈ। ਸੋ ਉਸਦਾ ਸਹੀ ਆਨਸਰ ਜਿਹੜਾ ਇਹ ਹੈ। ਨੈਕਸਟ ਹੈ ਜੀ 33 ਨੰਬਰ, ਇਨ ਟਰਾਂਸਫਾਰਮੇਸ਼ਨ ਗ੍ਰਾਮਰ ਦ ਬੇਸ ਸਟਰਕਚਰ ਕ੍ਰੀਏਟਡ ਬਾਏ ਫ੍ਰਾਂਸਿਸ ਸਟਰਕਚਰ ਰੂਲਸ। ਸੋ ਆਪਸ਼ਨ ਬੀ ਹੈ ਜੀ ਰਿਮੇਨ ਅਨਚੇਂਜਡ। ਆਪਸ਼ਨ ਬੀ ਹੈ ਆਰ ਅਲਟਰਡ। ਆਪਸ਼ਨ ਬੀ ਸੀ ਹੈ ਆਰ ਡਿਬੇਟਡ। ਆਪਸ਼ਨ ਆਰ ਡੀ ਹੈ ਜੀ ਆਰ ਰਿਵਰਸਡ। ਸੋ ਇਨ ਟਰਾਂਸਫਾਰਮੇਸ਼ਨ ਜਿਹੜੀ ਗ੍ਰਾਮਰ ਹੈਗੀ ਉਸ ਦਾ ਜਿਹੜਾ ਬੇਸ ਸਟਰਕਚਰ ਹੈਗਾ ਕਿਸ ਦੇ ਦੁਆਰਾ ਕ੍ਰੀਏਟ ਕੀਤਾ ਜਾਂਦਾ ਹੈ। ਸੋ ਇਸ ਦਾ ਸਹੀ ਜਿਹੜਾ ਆਨਸਰ ਹੈ ਉਹ ਬੀ ਹੈ ਜੀ ਆਰ ਅਲਟਰਡ ਜਿਹੜਾ ਹੁੰਦਾ ਹੈਗਾ ਉਹ ਫਿਜ਼ਿਕਸ ਸਟਰਕਚਰ ਦਾ ਰੂਲ ਹੁੰਦੇ ਹੈਗੇ ਨੇ, ਠੀਕ ਹੈ। ਨੈਕਸਟ ਹੈ ਜੀ 34 ਨੰਬਰ, ਵਾਟ ਇਜ਼ ਦ ਨੇਮ ਆਫ ਦ ਬੁੱਕ ਬਾਏ ਸੁਸ਼ੋਸ਼ੀ, ਠੀਕ ਹੈ। ਸੋ ਆਪਸ਼ਨ ਕਿਹਾ ਜੀ ਇਹ ਕੋਰਸ ਆਫ ਜਰਨਲ ਲਿੰਗੁਇਸਟਿਕ। ਆਪਸ਼ਨ ਬੀ ਹੈ ਜੀ ਕੋਰਸ ਆਫ ਲਿੰਗੁਇਸਟਿਕ। ਆਪਸ਼ਨ ਸੀ ਹੈ ਕੋਰਸ ਇਨ ਡਿਸਕ੍ਰਿਪਟਿਵ ਲਿੰਗੁਇਸਟਿਕ। ਆਪਸ਼ਨ ਡੀ ਹੈ ਜੀ ਕੋਰਸ ਆਫ ਲਿੰਗੁਇਸਟਿਕਸ। ਸੋ ਰਾਈਟ ਜਿਹੜਾ ਆਨਸਰ ਇਸਦਾ ਇਹ ਹੈ ਜੀ। ਸੋ ਕੋਰਸ ਇਨ ਜਰਨਲ ਲਿੰਗੁਇਸਟਿਕ ਬੁੱਕ ਹੈਗੀ ਜਿਹੜੀ ਕਿ ਸ਼ੋਸ਼ੂਰੀ ਦੇ ਦੁਆਰਾ ਲਿਖੀ ਗਈ ਹੈਗੀ ਹੈ, ਠੀਕ ਹੈ ਜੀ। ਨੈਕਸਟ ਹੈ ਜੀ 35 ਨੰਬਰ, ਇਨ ਵਿਚ ਆਫ ਦ ਫੋਲੋਇੰਗ ਪਲੇਸ ਆਫ ਸ਼ੈਕਸਪੀਅਰ ਦੇਅਰ ਇਜ਼ ਏ ਸੀਨ ਨੋਨ ਇਜ਼ ਦ ਗਰੇਵ ਡਿਗਰਸ ਇਜ਼ ਸੀਨ। ਸੋ ਆਪਸ਼ਨ ਇੱਕ ਹੈ ਜੀ ਹੈਨਰੀ ਸਿਕਸਥ। ਆਪਸ਼ਨ ਬੀ ਹੈ ਕਿੰਗ ਰਿਚਰਡ ਦਾ ਸੈਕੰਡ। ਆਪਸ਼ਨ ਸੀ ਹੈ ਹੈਮਲੇਟ ਅਤੇ ਆਪਸ਼ਨ ਸੀ ਹੈ ਮੈਕਬੈਥ। ਸੋ ਰਾਈਟ ਜਿਹੜਾ ਆਨਸਰ ਉਹ ਸੀ ਹੈ ਜੀ। ਸੋ ਹੈਮਲੇਟ ਹੈਗਾ ਗਾ ਜਿਸ ਦੇ ਵਿੱਚ ਸ਼ੈਕਸਪੀਅਰ ਦੇ ਪਲੇ ਜਿਹੜਾ ਉਸਦੇ ਵਿੱਚ ਸੀਨ ਜਿਹੜਾ ਹੈਗਾ ਗਾ ਜਿਸਨੂੰ ਕਿ ਗਰੇਵ ਡਿਗਰਸ ਸੀਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਤਾਂ ਹੈਮਲੇਟ ਪਲੇ ਦੇ ਵਿੱਚ ਹੈਗਾ। ਨੈਕਸਟ 36 ਨੰਬਰ, ਐਬਸੋਲਮਸ ਐਂਡ ਐਕਿਪਟੋਲਸ ਇਸ ਪਿਓਮ ਬਾਏ। ਸੋ ਕਿਸ ਦੇ ਦੁਆਰਾ ਲਿਖੀ ਗਈ ਹੈ? ਅਲੈਗਜ਼ੈਂਡਰ ਪੋਪ ਦੇ ਦੁਆਰਾ। ਆਪਸ਼ਨ ਬੀ ਹੈ ਮਾਰਲੋਵੇ ਦੇ ਦੁਆਰਾ। ਆਪਸ਼ਨ ਸੀ ਹੈ ਡਰਾਈਡਨ ਦੇ ਦੁਆਰਾ। ਆਪਸ਼ਨ ਡੀ ਹੈ ਜੀ ਸਪੈਂਸਰ ਦੇ ਦੁਆਰਾ। ਸੋ ਐਬਸਲੋਮ ਦੇ ਐਂਡ ਐਕਿਪਟੋਲਸ ਜਿਹੜੀ ਪਿਓਮ ਹੈ ਉਸ ਦੇ ਦੁਆਰਾ। ਸੋ ਸਹੀ ਆਨਸਰ ਜਿਹੜਾ ਉਹ ਸੀ ਹੈ ਜੀ ਡਰਾਈਡਨ ਦੇ ਦੁਆਰਾ ਲਿਖਿਆ ਗਿਆ ਹੈਗਾ। ਨੈਕਸਟ ਹੈ 37 ਨੰਬਰ,
ਟੂ ਵਿਚ ਕੰਟਰੀ ਟੂ ਵਿਚ ਸੈਂਚਰੀ ਡਜ਼ ਸੈਮੂਅਲ ਰਿਚਰਡਸਨਸ ਬਿਲੋਂਗ। ਸੋ ਜਿਹੜਾ ਸੈਮੂਅਲ ਰਿਚਰਡਸਨ ਹੈ ਉਹ ਕਿਸ ਸੈਂਚਰੀ ਦੇ ਵਿੱਚੋਂ ਬਿਲੋਂਗ ਕਰਦਾ ਹੈ, ਸਤਾਬੰਦੀ ਦੇ ਵਿੱਚੋਂ। ਸੋ ਆਪਸ਼ਨ ਇੱਕ ਹੈ ਜੀ 19 ਦੇ ਵਿੱਚ, ਆਪਸ਼ਨ ਬੀ ਹੈ ਜੀ 20 ਦੇ ਵਿੱਚ, ਆਪਸ਼ਨ ਸੀ ਹੈ 18 ਦੇ ਵਿੱਚ, ਆਪਸ਼ਨ ਡੀ ਹੈ ਜੀ 16 ਦੇ ਵਿੱਚੋਂ। ਸੋ ਸਹੀ ਆਨਸਰ ਜਿਹੜਾ ਹੈ ਉਹ ਸੀ ਹੈ ਜੀ। ਸੋ ਸੈਮੂਅਲ ਰਿਚਰਡਸਨ ਜਿਹੜਾ ਹੈਗਾ ਉਹ ਬਿਲੋਂਗ ਕਰਦਾ ਹੈ 18 ਸੈਂਚਰੀ ਦੇ ਵਿੱਚੋਂ। ਨੈਕਸਟ 38 ਨੰਬਰ, ਹੌਲੀ ਸੋਨੇਟਸ ਆਰ ਐਟਰੀਬਿਊਟਡ ਟੂ। ਸੋ ਜਿਹੜਾ ਹੌਲੀ ਸੋਨੇਟ ਹੈ ਕਿਸ ਚੀਜ਼ ਦੇ ਵਿੱਚ ਐਟਰੀਬਿਊਟ ਹੈ। ਸੋ ਆਪਸ਼ਨ ਇੱਕ ਹੈ ਜੀ ਐਡਰਿਊਸ, ਆਪਸ਼ਨ ਬੀ ਹੈ ਵਰਡਸਵਰਥ, ਆਪਸ਼ਨ ਸੀ ਹੈ ਡੋਨੀ, ਆਪਸ਼ਨ ਡੀ ਹੈ ਮੈਰੀ ਸ਼ੈਲੀ। ਸੋ ਰਾਈਟ ਆਨਸਰ ਜਿਹੜਾ ਹੈ ਉਹ ਸੀ ਹੈ ਜੀ। ਸੋ ਹੌਲੀ ਸਨਸਨੇਟਸ ਜਿਹੜਾ ਉਹ ਡੋਨੀ ਦੇ ਵਿੱਚ ਐਟਰੀਬਿਊਟ ਹੈਗਾ। ਨੈਕਸਟ ਹੈ ਜੀ 39, ਵਿਚ ਆਫ ਦਾ ਫੋਲੋਇੰਗ ਪਿਊਮਸ ਬਾਈ ਐਸ ਟੀ ਕੋਲੋਰਜਿਸ ਵਾਜ਼ ਰਿਟਨ ਬਾਈ ਹਿਮ ਇਮੀਡੀਏਟਲੀ after waking from a profound sleep at least of the external scenes। सो ऑप्शन क्या है जी काबुला खान, ऑप्शन बी है इंसेंट मारियन, ऑप्शन सी है ओडे ऑफ फ्रांस, ऑप्शन डी है जी द इलोइन हार्प। सो एस टी कोलोरजिस ਦੇ ਦੁਆਰਾ ਕਿਹੜੀ ਪਿਓਮ ਜਿਹੜੀ ਲਿਖੀ ਗਈ ਹੈ ਜਦੋਂ ਉਹ ਜਾਗਣ ਦਾ ਹੈਗਾ ਨੀਂਦ ਦੇ ਵਿੱਚੋਂ ਜਾਗਦਾ ਹੈ ਤਾਂ ਤੁਰੰਤ ਉਹ ਲਿਖਣਾ ਸ਼ੁਰੂ ਕਰ ਦਿੰਦਾ ਉਸਨੂੰ, ਅਤੇ ਕਿਹੜੀ ਉਹ ਇਸ ਦੇ ਵਿੱਚੋਂ। ਸੋ ਰਾਈਟ ਆਨਸਰ ਜਿਹੜਾ ਉਹ ਇਹ ਹੈ ਜੀ। ਸੋ ਕਾਬੁਲਾ ਖਾਨ ਜਿਹੜੀ ਹੈਗੀ ਆ ਉਸਨੇ ਸੌਣ ਦੇ ਉਪਰੰਤ ਜਦੋਂ ਉਸਨੂੰ ਜਾਗ ਖੁੱਲ੍ਹਦੀ ਆ ਤਾਂ ਉਸਨੂੰ ਉਹ ਲਿਖਦਾ ਹੈਗਾ ਪਿਓਮ। ਨੈਕਸਟ ਹੈ ਜੀ 40 ਨੰਬਰ, ਵਟ ਇਜ਼ ਦਾ ਫੁੱਲ ਟਾਈਟਲ ਆਫ ਹੈਨਰੀ ਫੀਲਡਿੰਗ ਇਜ਼ ਫੇਮਸ ਨਾਵਲ ਟੋਮ ਜੋਨਸ। ਸੋ ਹੈਨਰੀ ਫੀਲਡਿੰਗ ਦਾ ਜਿਹੜਾ ਫੇਮਸ ਨਾਵਲ ਹੈ ਜਿਸਨੂੰ ਟੋਮ ਜੋਨਸ ਕਹਿੰਦਾ ਉਸਦਾ ਫੁੱਲ ਨਾਮ ਕੀ ਹੈਗਾ ਟਾਈਟਲ ਦਾ। ਸੋ ਆਪਸ਼ਨ ਇੱਕ ਹੈ ਜੀ ਦ ਹਿਸਟਰੀ ਆਫ ਟੋਮ ਜੋਨਸ, ਆਪਸ਼ਨ ਬੀ ਹੈ ਦ ਹਿਸਟਰੀ ਆਫ ਟੋਮ ਜੋਨਸ ਏ ਫਾਊਂਡਲਿੰਗ, ਆਪਸ਼ਨ ਸੀ ਹੈ ਦ ਹਿਸਟਰੀ ਆਫ ਟੋਮ ਜੋਨਸ ਇਨ ਆਰਫਨਸ, ਆਪਸ਼ਨ ਡੀ ਹੈ ਦ ਹਿਸਟਰੀ ਆਫ ਟੋਮ ਜੋਨਸ ਇਨ ਐਸਟ੍ਰੋਕਾਰਟਸ। ਸੋ ਰਾਈਟ ਆਨਸਰ ਹੈ ਜਿਹੜਾ ਬੀ ਹੈ ਜੀ। ਟੋਮ ਜੋਨਸ ਜਿਹੜਾ ਨਾਵਲ ਆ ਉਸਦਾ ਜਿਹੜਾ ਫੁੱਲ ਨਾਮ ਹੈ ਦ ਹਿਸਟਰੀ ਆਫ ਟੋਮ ਜੋਨਸ ਏ ਫਾਊਂਡਲਿੰਗ ਹੈਗਾ। ਠੀਕ ਹੈ ਜੀ। ਨੈਕਸਟ ਹੈ ਜੀ 41, ਇਨ ਹਿਜ਼ ਪਿਓਮ ਜੌਨ ਡੋਨਸ। ਸੋ ਕਿਹੜੀ ਪੋਮ ਹੈ ਜਿਹੜੀ ਇਹਨਾਂ ਦੇ ਵਿੱਚੋਂ ਜੌਨ ਡੋਨ ਦੀ ਹੈ। ਸੋ ਆਪਸ਼ਨ ਇੱਕ ਹੈ ਸਟਰਾਈਕ ਏ ਬੈਲੈਂਸ ਬਿਟਵੀਨ opposite, ਆਪਸ਼ਨ ਬੀ ਹੈ ਜੀ ਫੋਰਸ ਯੂਨਿਟੀਜ਼ ਆਊਟ oppositions, ਆਪਸ਼ਨ ਸੀ ਹੈ cancels out opposites, ਆਪਸ਼ਨ ਡੀ ਹੈ keeps the opposite aparts। ਸੋ ਰਾਈਟ ਆਨਸਰ ਹੈ ਜੀ 41 ਦਾ ਬੀ ਆਨਸਰ ਹੈ ਜੀ। ਸੋ ਜੌਨ ਡੋਨ ਦੀ ਜਿਹੜੀ ਪਿਓਮ ਹੈਗੀ ਆ ਫਰੋਗਸ ਯੂਨਿਟੀਸ ਆਊਟ ਆਫ opposites ਆ ਜਾਂਦਾ ਹੈਗਾ। ਠੀਕ ਹੈ, ਬੀ ਆਪਸ਼ਨ ਸਹੀ ਹੈ। ਨੈਕਸਟ ਹੈ ਜੀ 42, ਵਿਕਟੋਰੀਅਨ ਏਜ ਵਾਜ਼ in age of। ਸੋ ਆਪਸ਼ਨ ਇੱਕ ਹੈ ਜੀ ਸਾਇੰਟੀਫਿਕ ਕੌਨਫੀਡੈਂਸ ਐਂਡ ਸਪਿਰਿਚੁਅਲ ਪਿਸ਼ਮਿੰਸਿਸ, ਆਪਸ਼ਨ ਬੀ ਹੈ ਸਰਚ ਫॉर द पास्ट, ਆਪਸ਼ਨ ਸੀ ਹੈ ਰਿਵਾਈਵਲਿਜ਼ਮ, ਆਪਸ਼ਨ ਡੀ ਹੈ ਜੀ ਡੀਗ੍ਰੇਡਡ ਮੋਰਲਿਜ਼ਮ। ਸੋ ਵਿਕਟੋਰੀਅਨ ਜਿਹੜੀ ਏਜ ਹੈ ਉਹ ਕਿਸ ਦੀ ਹੈ। ਸੋ ਸਹੀ ਆਨਸਰ ਹੈ ਸਰ 42 ਦਾ ਇਹ ਹੈ ਜੀ ਸਾਇੰਟੀਫਿਕ ਕੌਨਫੀਡੈਂਸ ਹੈਗਾ ਐਂਡ ਸਪਿਰਿਚੁਅਲ ਪਿਸ਼ਮਿਸ਼ਨਸ ਹੈਗਾ ਮਿਸ਼ਨਸ। ਨੈਕਸਟ ਹੈ ਜੀ 43, ਦ ਫਾਲ ਆਫ ਹਾਈਪਰਨਸ ਇਜ਼ ਪਿਓਮ ਬਾਏ। ਸੋ ਦ ਫਾਲ ਆਫ ਹਾਈਪਰਨਸ ਜਿਹੜੀ ਪਿਓਮ ਉਹ ਕਿਸ ਦੇ ਦੁਆਰਾ ਲਿਖੀ ਗਈ ਹੈ, ਮੈਰੀ ਸ਼ੈਲੀ ਦੇ ਦੁਆਰਾ, ਆਪਸ਼ਨ ਬੀ ਹੈ ਜੀ ਸਪੈਂਸਰ ਦੇ, ਆਪਸ਼ਨ ਬੀ ਹੈ ਮਾਰਲੋਵਸ, ਆਪਸ਼ਨ ਸੀ ਡੀ ਹੈ ਕੀਟਸ। ਸੋ ਰਾਈਟ ਆਨਸਰ ਹੈ ਜਿਹੜਾ 43 ਦਾ ਡੀ ਹੈ ਜੀ। ਸੋ ਕੀਟਸ ਦੇ ਦੁਆਰਾ ਲਿਖੀ ਗਈ ਹੈ ਦ ਫਾਲ ਆਫ ਹੈਪਰੋਨਸ ਪਿਊਮਸ। ਨੈਕਸਟ ਹੈ ਜੀ 44, ਏ ਹਾਈਮਸ ਟੂ ਗੋਡ ਦ ਫਾਦਰ ਇਜ਼ ਪਿਓਮ ਬਾਏ। ਸੋ ਜਾਂ ਇਹ ਹੈਮਨਸ ਟੂ ਗੋਡ ਦਾ ਫਾਦਰ ਜਿਹੜੀ ਪਿਓਮ ਕਿਸ ਦੇ ਦੁਆਰਾ ਲਿਖੀ ਗਈ ਹੈ। ਸੋ ਆਪਸ਼ਨ ਇੱਕ ਹੈ ਜੌਨ ਮਿਲਟਨ, ਆਪਸ਼ਨ ਬੀ ਹੈ ਜੌਨ ਡਰਾਈਡਨ, ਆਪਸ਼ਨ ਸੀ ਹੈ ਐਲਜ਼ਾਬੈਥ ਗੈਸਕਲ, ਆਪਸ਼ਨ ਡੀ ਹੈ ਜੌਨ ਡੋਨੀ। ਸੋ ਰਾਈਟ ਆਨਸਰ ਹੈ 44 ਦਾ ਡੀ ਜੀ। ਸੋ ਜੌਨ ਡੋਨੀ ਦੇ ਦੁਆਰਾ ਲਿਖੀ ਗਈ ਹੈ ਇਹ ਹੈਮਨਸ ਟੂ ਗੋਡ ਦ ਫਾਦਰ ਪਿਓਮ। ਨੈਕਸਟ ਹੈ 45, ਦ ਆਥਰ ਆਫ ਫਿਨਗਨਸ ਵੇਕ ਇਜ਼। ਸੋ ਫਿਨਗਨਸ ਵੇਕ ਜਿਹੜੀ ਹੈਗਾ ਉਸ ਦਾ ਲੇਖਕ ਕੌਣ ਹੈ। ਸੋ ਆਪਸ਼ਨ ਹੈ ਵਰਜੀਨੀਆ ਵੋਲਫ, ਆਪਸ਼ਨ ਬੀ ਹੈ ਮੈਰੀ ਵੋਲਸਟੋਨਕ੍ਰਾਫਟ, ਆਪਸ਼ਨ ਸੀ ਹੈ ਜੇਮਸ ਜੋਸਿਸ, ਆਪਸ਼ਨ ਡੀ ਹੈ ਸਟੀਵਸ ਸਮਿਥ। ਸੋ 45 ਦਾ ਰਾਈਟ ਆਨਸਰ ਜਿਹੜਾ ਉਹ ਸੀ ਹੈ ਜੀ ਜੇਮਸ ਜੋਸਿਸ ਜਿਹੜਾ ਹੈਗਾ ਕਿ ਆਥਰ ਨੇਗੇ ਫਿਨਗਨਸ ਵੇਕ ਦੀ। ਨੈਕਸਟ ਹੈ 46, ਇਨ ਮਾਰਲੋਵ ਇਜ਼ ਪਲੇ। ਸੋ ਮਾਰਲੋਵ ਦਾ ਜਿਹੜਾ ਇਹਨਾਂ ਵਿੱਚ ਪਲੇ ਕਿਹੜਾ ਹੈ। ਸੋ ਆਪਸ਼ਨ ਇੱਕ ਹੈ ਇਮੈਜੀਨੇਟਿਵ ਐਂਬੀਨੇਸ਼ਨ ਰੀਜਨ
supremes. Option B है जी imaginative ambitions is there but it find it is limit also. Option C है simply changes challenges the old values. Option D है none of these. So ਜਿਹੜਾ मान लो ਦੇ ਪਲੇਸ ਹੁੰਦੇ ਨੇ ਉਹ ਕਿਸ ਚੀਜ਼ ਦਾ ਫਿਕਸ ਕਰਦੇ ਹੈਗੇ ਨੇ. ਸੋ 46 ਦਾ ਸਹੀ ਆਨਸਰ B ਹੈ ਜੀ imaginative ambition is there but it find it is limit also. Next है जी 47 behind Shakespeare history plays and two strategies Macbeth and King Lear lies at work by Holinshed entitled. So option एक है जी स्टोरीज. ऑप्शन बी है टॉल्स. ऑप्शन सी है स्टोरीज. ऑप्शन डी है जी ਕੋਰੋਨੋਲਿਕਲਸ. ਸੋ ਜਿਹੜਾ ਸ਼ੇਕਸਪੀਅਰ ਦਾ ਹਿਸਟਰੀ ਪਲੇਸ ਹੈਗੇ ਟੂ ਟ੍ਰੈਜਡੀਜ਼ ਜਿਹੜੇ ਇਸ ਦੇ ਵਿੱਚ ਹੁੰਦੀਆਂ ਹੈਗੀਆਂ ਨੇ ਮੈਕਬੈਥ ਐਂਡ ਕਿੰਗ ਲੀਅਰ ਦੀਆਂ. ਸੋ ਇਸ ਦਾ ਜਿਹੜਾ ਇੰਟਾਈਟਲ ਕੀ ਹੈ. ਸੋ ਰਾਈਟ ਜਿਹੜਾ ਆਨਸਰ ਹੈ ਇਸਦਾ 47 ਦਾ ਡੀ ਹੈ ਜੀ ਕੋਰੋਨੋਲਿਕਲ ਜਿਹੜਾ ਇਸਦਾ ਇੰਟਾਈਟਲ ਹੈਗਾ ਹੋਲਿਸਟਰ ਦਾ. ਠੀਕ ਹੈ ਜੀ. 48 Spencer's The Furious Queens both villains and opposites ਕੀ ਹੈਗਾ. ਸੋ ਆਪਸ਼ਨ ਇੱਕ ਹੈ The Old and the New. option B है pagans and the Christians. option C है the Roman and the Gothic. option D है all of above. ਸੋ ਸਪੈਂਸਰ ਦਾ ਜਿਹੜਾ ਇਹਨਾਂ ਦੇ ਵਿੱਚੋਂ ਦਾ ਫਰੀਅਸ ਕੁਇਨਸ ਹੈਗਾ ਬੋਥ ਵਿਲੀਅਨਸ ਐਂਡ ਆਪੋਜ਼ਿਟ ਕਿਹੜਾ ਇਸ ਦੇ ਵਿੱਚੋਂ. ਸੋ ਰਾਈਟ ਜਿਹੜਾ ਆਨਸਰ ਹੈ 48 ਦਾ ਡੀ ਹੈ ਜੀ ਆਲ ਆਫ ਰੀਜ਼ਨਿੰਗ ਦਾ ਓਲਡ ਐਂਡ ਨਿਊ ਦਾ ਪੈਗਨਸ ਐਂਡ ਕ੍ਰਿਸਚਨਸ ਦਾ ਰੋਮਨਸ ਐਂਡ ਗੋਥਿਕ ਜਿਹੜੇ ਹੈਗੇ ਉਸ ਦੇ ਵਿਲੈਂਡਸ ਐਂਡ ਆਪੋਜ਼ਿਟ ਹੈਗੇ ਨੇ. ਨੈਕਸਟ ਹੈ ਜੀ 49 ਹੂ ਰੋਟ ਦਾ ਪਿਓਮ ਵੈਨਸ ਐਂਡ ਆਰਡੀਨੈਂਸ. ਸੋ ਕਿਸ ਨੇ ਲਿਖੀ ਹੈ ਵੈਨਸ ਐਂਡ ਆਰਡੀਨੈਂਸ. ऑप्शन ए है जी थॉमस केड. ऑप्शन बी है एडमंड स्पेंसर. ऑप्शन डी सी है जी विलियम शेक्सपियर. ऑप्शन डी है टिन हॉक्स. सो राइट आंसर है 49 ਦਾ ਸੀ ਜੀ. ਸੋ ਵਿਲੀਅਮ ਸ਼ੇਕਸਪੀਅਰ ਦੇ ਦੁਆਰਾ ਲਿਖੀ ਗਈ ਹੈ ਵੈਨਸ ਐਂਡ ਆਰਡੀਨੈਂਸ ਪਿਓਮ. ਨੈਕਸਟ ਹੈ ਜੀ 50 ਨੰਬਰ which of the English novelist was influenced by the German philosopher Ludwig Feuerbach which. ਸੋ ਕਿਹੜਾ ਨੋਵਲਿਸਟ ਹੈਗਾ ਜਿਹੜਾ ਕਿ ਜਰਮਨ ਫਿਲੋਸਫਰ ਲੌਡਵਿੰਗਸ ਫਿਊਰਵਿੰਸ ਦੇ ਦੁਆਰਾ ਪ੍ਰਭਾਵਿਤ ਹੋਇਆ ਹੈ. ਸੋ ਆਪਸ਼ਨ ਇੱਕ ਹੈ ਹੈਨਰੀ ਫੀਲਡਿੰਗ. ਆਪਸ਼ਨ ਬੀ ਹੈ ਜਾਰਜ ਇਲੋਇਟ. ਆਪਸ਼ਨ ਬੀ ਸੀ ਹੈ ਥੋਮਸ ਹਾਰਡੀ. ਆਪਸ਼ਨ ਡੀ ਹੈ E.M. ਫੋਰੈਸਟਰ. ਸੋ ਰਾਈਟ ਆਨਸਰ ਹੈ ਜੀ ਪੀ ਜਾਰਜ ਇਲੋਇਟ ਜਿਹੜਾ ਹੈਗਾ ਉਹ ਜਰਮਨ ਫਿਲੋਸਫਰ ਲੁਡਵਿਗ ਫਿਊਰਵਿੰਚ ਤੋਂ ਪ੍ਰਭਾਵਿਤ ਹੋਇਆ ਹੈਗਾ. ਨੈਕਸਟ ਹੈ ਜੀ 51 ਨੈਗੇਟਿਵ ਕੈਪੇਬਿਲਿਟੀ ਇਸ ਟਰਮ ਕੋਇਨ ਬਾਏ. ਸੋ ਨੈਗੇਟਿਵ ਕੈਪੇਬਿਲਿਟੀ ਜਿਹੜੀ ਟਰਮ ਉਹ ਕਿਸ ਦੀ ਹੈ. ਸੋ ਆਪਸ਼ਨ ਇੱਕ ਹੈ ਜੀ ਜੌਨ ਕੀਟਸ. ਆਪਸ਼ਨ ਬੀ ਹੈ P.V. ਸ਼ੈਲੀ. ਆਪਸ਼ਨ ਸੀ ਹੈ ਗ੍ਰੀਸ਼ੀਅਨਸ. ਆਪਸ਼ਨ ਡੀ ਹੈ T.S. ਇਲੋਇਟ. ਸੋ ਰਾਈਟ ਆਨਸਰ ਜਿਹੜਾ ਇਸਦਾ 51 ਦਾ ਏ ਹੈ ਜੀ. ਸੋ ਜੌਨ ਕੀਟਸ ਜਿਹੜਾ ਉਹ ਨੈਗੇਟਿਵ ਕੈਪੇਬਿਲਿਟੀ ਦੀ ਟਰਮ ਨੂੰ ਕੋਇਨ ਕਰਦਾ ਹੈ. ਠੀਕ ਹੈ. ਨੈਕਸਟ ਹੈ 52 the essay politics and the English language was written by. सो किस दे द्वारा लिखा गया. ऑप्शन ए I.A. रिचर्ड्स. ऑप्शन बी है जॉर्ज ऑरवेल्स. ऑप्शन सी है फिलिप्स लार्किन. ऑप्शन डी है लेहन्स. सो राइट आंसर है 52 ਦਾ ਬੀ ਜੀ. ਸੋ ਜॉर्ज ऑरवेल ਦੇ ਦੁਆਰਾ ਲਿਖਿਆ ਗਿਆ ਹੈਗਾ ਪੋਲੀਟਿਕਸ ਐਂਡ ਇੰਗਲਿਸ਼ ਲੈਂਗੁਏਜ ਐਸੇ. ਨੈਕਸਟ ਹੈ 53 ਦ ਪੋਇਟਿਕ ਐਕਸਪੀਰੀਅੰਸ ਸਟਾਈਲ ਸੈਡ ਮਿਊजिक ऑफ ਹਿਊਮੈਨਿਟੀ ਇਜ਼ ਬਾਈ. ਕਿਸ ਦਾ ਐਕਸਪ੍ਰੈਸ਼ਨ ਹੈਗਾ ਕਿ ਸਟਿਲ ਸੈਡ ਮਿਊजिक ਹਿਊਮੈਨਿਟੀ. ਸੋ ਆਪਸ਼ਨ ਇੱਕ ਹੈ ਵਿਲੀਅਮ ਵਰਡਸਵਰਥ ਦਾ. ਆਪਸ਼ਨ ਬੀ ਹੈ S.T. ਕੋਲਰਿਜ ਦਾ. ਆਪਸ਼ਨ ਸੀ ਹੈ ਜੌਹਨ ਕੀਟਸ. ਆਪਸ਼ਨ ਡੀ ਹੈ ਜੀ ਬੈਨ ਜੌਨਸਨ. ਸੋ ਰਾਈਟ ਆਨਸਰ ਹੈ 53 ਦਾ ਏ ਹੈ ਜੀ. ਸੋ ਵਿਲੀਅਮ ਵਰਡਸਵਰਥ ਜਿਹੜਾ ਹੈਗਾ ਉਹ ਐਕਸਪ੍ਰੈਸ਼ਨ ਹੈਗਾ ਕਿਸ ਦਾ ਸਟਿਲ ਐਂਡ ਸੈਡ ਮਿਊजिक ਹਿਊਮੈਨਿਟੀ. ਨੈਕਸਟ ਹੈ ਜੀ 54 ਹੂ ਇਜ਼ ਦਾ ਆਥਰ ਆਫ ਦਾ ਰਿੰਗ ਐਂਡ ਦਾ ਬੁੱਕ. ਸੋ ਆਪਸ਼ਨ ਇੱਕ ਹੈ ਜੀ ਐਲਜ਼ਾਬੈਥ ਬਰਾਉਨਿੰਗ. ਆਪਸ਼ਨ ਬੀ ਹੈ ਜੀ ਰੋਬਰਟ ਬਰਾਉਨਿੰਗ. ਆਪਸ਼ਨ ਸੀ ਹੈ ਅਲਫਰਡ ਟੈਨੀਸਨ. ਆਪਸ਼ਨ ਡੀ ਹੈ ਨਨ ਆਫ ਦੀਸ. ਸੋ 54 ਦਾ ਰਾਈਟ ਆਨਸਰ ਬੀ ਹੈ ਜੀ ਰੋਬਰਟ ਬਰਾਉਨਿੰਗ ਜਿਹੜਾ ਹੈਗਾ ਉਹ ਦਾ ਰਿੰਗ ਐਂਡ ਬੁੱਕ ਦਾ ਆਥਰ ਹੈਗਾ. ਨੈਕਸਟ ਹੈ 55 ਦ ਮੈਥੋਲੋਜੀਕਲ ਵਰਕ ਆਫ ਵਿਲੀਅਮ ਬਲੈਕ ਇਜ਼ ਨੋਨ ਐਜ਼. ਮੈਥੋਲੋਜੀਕਲ ਜਿਹੜਾ ਵਰਕ ਹੈਗਾ ਵਿਲੀਅਮ ਬਲੇਕ ਇਜ਼ ਨੋਨ
ਕਿਸ ਨੇਮ ਦੇ ਨਾਲ ਜਾਣਿਆ ਜਾਂਦਾ ਉਸ ਨੂੰ। ਆਪਸ਼ਨ ਇੱਕ ਹੈ ਜੀ ਕ੍ਰਿਸਚਨ ਬੁੱਕਸ, ਆਪਸ਼ਨ ਬੀ ਹੈ ਰਿਲੀਜੀਅਸ ਬੁੱਕ, ਆਪਸ਼ਨ ਸੀ ਹੈ ਪ੍ਰੋਫੈਟਿਕ ਬੁੱਕਸ, ਆਪਸ਼ਨ ਡੀ ਹੈ ਜੀ ਐਪਲੋਸਾਈਕਲੋਪੀਡਿਕ ਬੁੱਕਸ। ਸੋ ਰਾਈਟ ਆਂਸਰ ਹੈ 55 ਦਾ ਸੀ ਜੀ, ਪ੍ਰੋਫੈਟਿਕ ਬੁੱਕਸ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਹੈ ਵਿਲੀਅਮ ਬਲੇਕਸ ਨੂੰ, ਜਿਸ ਦੀਆਂ ਮੈਥੋਲੋਜੀਕਲ ਜਿਹੜੀਆਂ ਬੁੱਕਸ ਹੁੰਦੀਆਂ ਨੇ। ਨੈਕਸਟ ਹੈ ਜੀ 56, black is the poison tree is both the forbidden trees of knowledge and metaphors। ओके है। सो ऑप्शन है जी सेंटिमेंटलाइज्ड इमोशंस, ऑप्शन बी है रिप्रेजेंट इमोशंस, ऑप्शन सी है जी फोरबियरेंस, ऑप्शन सी डी है जी पैगन लव्स। सो ब्लैक ਦਾ ਜਿਹੜਾ ਦਾ ਪੋਇਜ਼ਨ ਟਰੀ ਹੈਗਾ ਉਹ ਕਿਸ ਫੋਰਬਿਡਨ ਟਰੀਜ਼ ਵਿਦ ਨੌਲੇਜ ਐਂਡ ਮੈਟਾਫੋਰ ਹੈਗਾ। ਸੋ ਰਾਈਟ ਆਂਸਰ ਹੈ ਜੀ 56 ਦਾ ਬੀ, ਰਿਪਰੈਸਡ ਇਮੋਸ਼ਨਸ ਹੈਗਾ। ਨੈਕਸਟ ਹੈ ਜੀ 57, ਏ ਵਿੰਡੀਕੇਸ਼ਨਸ ਆਫ ਦਾ ਰਾਈਟਸ ਆਫ ਵੂਮੈਨ ਵਾਜ਼ ਰਿਟਨ ਬਾਏ। ਸੋ ਆਪਸ਼ਨ ਇੱਕ ਹੈ ਜੀ ਐਲਿਜ਼ਾਬੈਥ ਗੈਸਕਲ, ਆਪਸ਼ਨ ਬੀ ਹੈ ਜਾਰਜ ਇਲਿਓਟਿਕ, ਆਪਸ਼ਨ ਸੀ ਹੈ ਮੈਰੀ ਸ਼ੈਲੀ ਅਤੇ ਆਪਸ਼ਨ ਡੀ ਹੈ ਜੀ ਮੈਰੀ ਵਾਲਸਟੋਨਕਰਾਫਟ। ਸੋ ਰਾਈਟ ਆਂਸਰ ਹੈ ਜੀ 57 ਦਾ ਡੀ ਜੀ। ਸੋ ਦਾ ਇਹ ਵਿੰਡੀਕੇਸ਼ਨਸ ਆਫ ਰਾਈਟਸ ਆਫ ਵੂਮੈਨ ਜਿਹੜੀ ਲਿਖੀ ਗਈ ਉਹ ਮੈਰੀ ਵਾਲਸਟੋਨਕਰਾਫਟ ਦੇ ਦੁਆਰਾ ਲਿਖੀ ਗਈ ਹੈ। ਨੈਕਸਟ ਹੈ ਜੀ 58, ਲੈਰੀਕਲ ਬਲੇਡਸ ਅਪੀਅਰ ਇਨ। ਸੋ ਲੈਰੀਕਲ ਬਲੇਡ ਜਿਹੜਾ ਕਿੱਥੇ ਦੇਖਣ ਨੂੰ ਮਿਲਿਆ ਹੈ। ਸੋ ਆਪਸ਼ਨ ਇੱਕ ਹੈ ਜੀ 1789 ਸੌਰੀ। ਸੋ ਆਪਸ਼ਨ ਬੀ ਹੈ ਜੀ 1792, ਆਪਸ਼ਨ ਸੀ ਹੈ ਜੀ 1879, ਆਪਸ਼ਨ ਡੀ ਹੈ ਜੀ 1798। ਸੋ ਰਾਈਟ ਆਂਸਰ ਹੈ ਜੀ 58 ਦਾ ਡੀ। ਸੋ ਲੈਰੀਕਲ ਬਲੇਡਸ ਜਿਹੜਾ ਅਪੀਅਰ ਹੁੰਦਾ ਹੈਗਾ 1798 ਦੇ ਵਿੱਚ। ਨੈਕਸਟ ਹੈ ਜੀ 59, ਸਬਟਾਈਟਲ ਆਫ ਵਰਡਸਵਰਥ ਪਿਓਮ ਮਾਈਕਲ ਇਜ਼। ਸੋ ਆਪਸ਼ਨ ਇੱਕ ਹੈ ਜੀ ਰੋਮਾਂਟਿਕ ਪਿਓਮ, ਆਪਸ਼ਨ ਬੀ ਹੈ ਗਿਓਟਿਕ ਪਿਓਮ, ਆਪਸ਼ਨ ਏ ਕ੍ਰਿਸਚਨ ਪਿਓਮ, ਆਪਸ਼ਨ ਏ ਡੀ ਹੈ ਜੀ ਇਹ ਪੋਸਚਰਲਸ ਪਿਓਮ। ਸੋ ਸਬਟਾਈਟਲ ਜਿਹੜਾ ਵਰਡਸ ਪਿਓਮ ਦਾ ਜਿਹੜਾ ਮਾਈਕਲਸ ਉਸ ਜਿਹੜੀ ਪਿਓਮ ਹੈ ਕਿਸ ਤਰ੍ਹਾਂ ਦੀ ਹੈ। ਸੋ ਰਾਈਟ ਆਂਸਰ ਹੈ ਇਹਦਾ 59 ਦਾ ਡੀ, ਇਹ ਪੋਸਟਰਲ ਜਿਹੜੀ ਪਿਓਮ ਹੈਗੀ ਹੈ। ਨੈਕਸਟ ਹੈ ਜੀ 60, ਇਨ ਜਾਨੇ ਆਸਟਨਸ ਪ੍ਰੈਸ਼ਨਸ ਦੇਅਰ ਆਰ ਕਰੈਕਟਰ ਹੂ ਆਰ। ਸੋ ਪ੍ਰੈਸ਼ਨ ਦੇ ਵਿੱਚ ਜੌਨ ਆਸਟਨ ਜਿਹੜਾ ਕਰੈਕਟਰ ਹੈਗਾ ਇੱਥੇ ਦੇਖਣ ਨੂੰ ਮਿਲਦਾ ਹੈ। ਸੋ ਆਪਸ਼ਨ ਇੱਕ ਹੈ ਦਾ, ਆਪਸ਼ਨ ਏ ਹੈ ਜੀ ਨਾਵਲ ਆਫਿਸਰ, ਆਪਸ਼ਨ ਬੀ ਹੈ ਏਅਰ ਫੋਰਸ ਆਫਿਸਰ, ਆਪਸ਼ਨ ਸੀ ਹੈ ਰੈਵਨਿਊ ਆਫਿਸਰ ਅਤੇ ਆਪਸ਼ਨ ਡੀ ਹੈ ਜੀ ਆਲ ਆਫ ਦੀਜ਼। ਸੋ ਰਾਈਟ ਆਂਸਰ ਹੈ ਜਿਹੜਾ ਇਸਦਾ 60 ਦਾ ਇਹ ਹੈ ਜੀ। ਸੋ ਨਾਵਲ ਆਫਿਸਰ ਦੇਖਣ ਨੂੰ ਮਿਲਦਾ ਹੈ ਜਿਹੜਾ ਕਿ ਜੌਨ ਆਸਟਨ ਹੈਗਾ ਪ੍ਰਸ਼ਨ ਦੇ ਵਿੱਚ। ਠੀਕ ਹੈ ਜੀ। ਸੋ ਥੈਂਕ ਯੂ ਵੈਰੀ ਮੱਚ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ। ਸੋ ਆਸ ਕਰਦਾ ਕਿ ਸਭ ਲਈ ਹੈਲਪਫੁਲ ਰਹੇਗੀ ਵੀਡੀਓ, ਸਭ ਨੂੰ ਕੁਛ ਨਾ ਕੁਛ ਜ਼ਰੂਰ ਸਿੱਖਣ ਨੂੰ ਮਿਲੇਗਾ। ਸੋ ਜੇਕਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਜ਼ਰੂਰ ਕਰ ਦਿਓ ਅਤੇ ਸ਼ੇਅਰ ਜ਼ਰੂਰ ਕਰ ਦਿਓ। ਥੈਂਕ ਯੂ ਵੈਰੀ ਮੱਚ।